ਲਗਭਗ 50 ਸਾਲ ਹੋਂਦ ਵਿੱਚ ਰਹਿਣ ਤੋਂ ਬਾਅਦ ਪੀਲ ਰੀਜਨ ਟੁੱਟਣ ਦੀ ਕਗਾਰ ਤੇ ਹੈ। ਜੀ ਹਾਂ, ਅੱਜ ਮੇਰੇ ਹੱਥ 'ਚ ਉਹ ਬਿੱਲ ਹੈ ਜਿਹੜਾ ਪੇਸ਼ ਕੀਤਾ ਗਿਆ ਓਨਟਾਰੀਓ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ, ਜਿਹਦੇ 'ਚ ਕਿਹਾ ਜਾ ਰਿਹਾ ਹੈ ਕਿ ਪੀਲ ਰੀਜਨਲ ਮਿਊਨਿਸਪੈਲਿਟੀ 2024 ਤੋਂ ਬਾਅਦ ਐਗਜ਼ਿਸਟ ਨਹੀਂ ਕਰੇਗੀ। ਸੋ ਇਹ ਹੈ ਜੀ ਬਿੱਲ 112, ਐਨ ਐਕਟ ਟੂ ਪ੍ਰੋਵਾਈਡ ਫॉर ਦੀ ਡਿਸੋਲਿਊਸ਼ਨ ਆਫ ਦੀ ਰੀਜਨਲ ਮਿਊਨਿਸਪੈਲਿਟੀ ਆਫ ਪੀਲ। ਤੇ ਤੁਹਾਨੂੰ ਦੱਸ ਦਵਾਂ ਕਿ ਇਹ ਪੀਲ ਰੀਜਨ ਨੂੰ 1 ਜਨਵਰੀ 2025 ਤੋਂ ਬਾਅਦ ਬਿਲਕੁਲ ਖਤਮ ਕਰ ਦੇਵੇਗਾ। ਇਹ ਬਹੁਤ ਹੀ ਕਲੀਅਰਲੀ ਇਸ ਬਿੱਲ ਵਿੱਚ ਕਿਹਾ ਜਾ ਰਿਹਾ ਹੈ। ਸੋ ਸਿਟੀ ਆਫ ਮਿਸੀਸਾਗਾ, ਬਰੈਂਪਟਨ ਤੇ ਟਾਊਨ ਆਫ ਕੈਲੇਡਨ ਸਿੰਗਲ ਟੀਅਰ ਮਿਊਨਿਸਪੈਲਿਟੀਜ਼ ਬਣ ਜਾਣਗੀਆਂ ਇਸ ਤੋਂ ਬਾਅਦ। ਪਰ ਇਹਦੇ 'ਚ ਜਿਹੜੀ ਜ਼ਰੂਰੀ ਗੱਲ ਹੈ, ਇੱਕ ਬੋਰਡ ਬਣਾਇਆ ਜਾਏਗਾ ਮੰਤਰੀ ਦੇ ਥਰੂ, ਜਿਹਦੇ 'ਚ 5 ਮੈਂਬਰ ਹੋ ਸਕਦੇ ਨੇ ਜੋ ਮਿਨਿਸਟਰ ਆਪ ਅਪਾਇੰਟ ਕਰੇਗਾ, ਤੇ ਉਹ ਇਹ ਸਾਰੀ ਦੇਖ ਰੇਖ ਕਰੇਗੀ ਕਿ ਡਿਸੋਲਿਊਸ਼ਨ ਸਾਰੀ ਮਿਊਨਿਸਪੈਲਿਟੀ ਦੀ ਕਿਵੇਂ ਹੁੰਦੀ ਹੈ ਤੇ ਕਿਵੇਂ ਪਾਵਰਸ, ਫਾਈਨੈਂਸਿਸ ਸਾਰਾ ਕੁਝ ਵੰਡਿਆ ਜਾਵੇਗਾ। ਸੋ ਇਹਦਾ ਇੱਕ ਚੇਅਰ ਹੋਏਗਾ ਜਿਹੜਾ ਦੁਬਾਰਾ ਮੰਤਰੀ ਹੀ ਚੁਣੇਗਾ, ਤੇ ਇਹਦੇ ਵਿੱਚ ਇਹਨਾਂ ਦੀ ਡਿਊਟੀਜ਼ ਨੇ ਜਿਹੜੀਆਂ ਉਹ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹਨਾਂ ਦਾ ਮੇਨ ਕੰਮ ਇਹੀ ਹੈ ਕਿ ਜਿਹੜੇ ਐਸੈਟਸ ਨੇ ਉਹ ਟਰਾਂਸਫਰ ਹੋਣਗੇ ਪੀਲ ਤੋਂ ਇਹਨਾਂ ਤਿੰਨਾਂ ਸਿਟੀਜ਼ ਤੇ ਟਾਊਨਸ ਦੇ ਵਿੱਚ। ਬੇਸਿਕ ਕੰਮ ਇਹਨਾਂ ਦਾ ਇਹੀ ਹੈ। ਸੋ ਇਹਦੇ 'ਚ ਡੈਬਟ ਹੋਏਗਾ, ਜਿਹੜਾ ਲਾਇਬਿਲਿਟੀਜ਼ ਹੋਣਗੀਆਂ, ਜਿੰਨੀਆਂ ਵੀ ਫਾਈਨੈਂਸ਼ੀਅਲ ਓਬਲੀਗੇਸ਼ਨਸ ਹੋਣਗੀਆਂ ਇਹਨਾਂ ਤਿੰਨਾਂ ਦੀਆਂ, ਬਰੈਂਪਟਨ, ਮਿਸੀਸਾਗਾ ਤੇ ਕੈਲੇਡਨ ਦੀਆਂ, ਉਹ ਇਹ ਬੋਰਡ ਡਿਸਾਈਡ ਕਰੇਗਾ। ਹੁਣ ਇਹਦੇ ਜ਼ਰੂਰੀ ਗੱਲ ਕੀ ਹੈ ਕਿ ਸਾਰਿਆਂ ਹੀ ਜਿਹੜੀਆਂ ਹੁਣ ਸਿਟੀਜ਼ ਨੇ, ਹੁਣ ਬੇਸਿਕਲੀ ਮਿਸੀਸਾਗਾ, ਬਰੈਂਪਟਨ ਤੇ ਕੈਲੇਡਨ, ਇਹਨਾਂ ਨੂੰ ਇਹ ਕਹਿੰਦੀ ਹੈ ਕਿ ਤੁਹਾਨੂੰ ਟ੍ਰਾਂਜੀਸ਼ਨ ਬੋਰਡ ਦੇ ਨਾਲ ਪੂਰੀ ਤਰ੍ਹਾਂ ਕੋਆਪਰੇਟ ਕਰਨਾ ਪਏਗਾ। ਇਹ ਪੂਰੀ ਤਰ੍ਹਾਂ ਕੋਆਪਰੇਸ਼ਨ ਦੇ ਵਿੱਚ ਕੀ ਹੈ, ਕਿਵੇਂ ਹੈ, ਇਹ ਮੈਂ ਤੁਹਾਨੂੰ ਦੱਸ ਦਿੰਦਾ। ਪਹਿਲੀ ਗੱਲ ਤਾਂ ਜੋ ਵੀ ਇਨਫੋਰਮੇਸ਼ਨ, ਰਿਕਾਰਡਸ, ਡਾਕੂਮੈਂਟਸ ਤੁਹਾਡੇ ਕੋਲ ਨੇ ਇਹਨਾਂ ਤਿੰਨਾਂ ਸਿਟੀਜ਼ ਜਾਂ ਟਾਊਨਸ ਦੇ ਕੋਲ, ਇਹ ਇਸ ਟ੍ਰਾਂਜੀਸ਼ਨ ਬੋਰਡ ਨੂੰ ਮੰਗਣ ਤੇ ਦੇਣੇ ਪੈਣਗੇ। ਕੋਈ ਨਵਾਂ ਜੇ ਡਾਕੂਮੈਂਟ ਜਾਂ ਰਿਕਾਰਡ ਬਣਦਾ ਹੈ ਉਹ ਫਰਨਿਸ਼ ਕਰਨਾ ਪਵੇਗਾ। ਕੋਈ ਵੀ ਪੁਰਾਣੀ ਇਨਫੋਰਮੇਸ਼ਨ ਵੀ ਜੇ ਹੋਈ, ਜੇ ਮੰਗੀ ਗਈ ਤਾਂ ਉਹ ਵੀ ਦੇਣੀ ਪਏਗੀ। ਹਰ ਤਰ੍ਹਾਂ ਦੀ ਬੇਸਿਕਲੀ ਸਪੋਰਟ ਦੇਣੀ ਪਏਗੀ। ਤੇ ਇਹਦੇ 'ਚ ਇਹ ਵੀ ਖਾਸ ਤੌਰ ਤੇ ਲਿਖਿਆ ਹੈ ਕਿ ਜੋ ਵੀ ਡੈਡਲਾਈਨ ਇਹ ਬੋਰਡ ਦੇਗਾ ਉਹਨੂੰ ਤੁਹਾਨੂੰ ਫੋਲੋ ਕਰਨਾ ਪਏਗਾ। ਸੋ ਜਿਹੜੇ ਲੂਪ ਹੋਲਸ ਨੇ, ਜੇ ਕੋਈ ਡਾਕੂਮੈਂਟ ਜਾਂ ਰਿਕਾਰਡ ਦੇਂਦੇ ਹੈ, ਜੇ ਤੁਸੀਂ ਨਹੀਂ ਦੇਣਾ ਚਾਹੁੰਦੇ, ਉਹ ਵੀ ਇਹਦੇ 'ਚ ਕਵਰ ਕੀਤੇ ਜਾ ਰਹੇ ਨੇ। ਸੋ ਚਾਹੇ ਆ ਡਾਕੂਮੈਂਟਸ, ਇੱਕ ਇੰਪੋਰਟੈਂਟ ਗੱਲ ਇਹਦੇ 'ਚ ਹੈ ਕਿ ਚਾਹੇ ਕੋਈ ਡਾਕੂਮੈਂਟਸ ਪ੍ਰਿਵਿਲੇਜਡ ਜਾਂ ਕੌਨਫੀਡੈਂਸ਼ੀਅਲ ਵੀ ਹੋਣ, ਉਹ ਵੀ ਇਸ ਬਿੱਲ ਦੇ ਤਹਿਤ ਆਥੋਰਾਈਜ਼ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਕਿ ਉਹ ਵੀ ਦੇਣੇ ਪੈਣਗੇ ਇਸ ਟ੍ਰਾਂਜੀਸ਼ਨ ਬੋਰਡ ਨੂੰ। ਇਸ ਤੋਂ ਬਾਅਦ ਜਿਹੜੀ ਡਿਊਟੀ ਆਫ ਗਿਵਿੰਗ ਇਨਫੋਰਮੇਸ਼ਨ ਹੈ, ਉਹਦੀ ਜੇ ਅਸੀਂ ਹੋਰ ਡਿਟੇਲ ਵਿੱਚ ਜਾਈਏ ਤਾਂ ਇੱਕ ਤਾਂ ਗੱਲ ਇਹ ਹੈ ਕਿ 1 ਜਨਵਰੀ 2025 ਤੱਕ ਪੀਲ ਮਿਊਨਿਸਪੈਲਿਟੀ ਖਤਮ ਹੋ ਜਾਏਗੀ ਤੇ 31 ਜਨਵਰੀ 2025 ਤੱਕ ਇਹ ਬੋਰਡ ਰਹੇਗਾ, ਜਾਂ ਜੇ ਲੋੜ ਪਈ ਤਾਂ ਮਿਨਿਸਟਰ ਇਸ ਤੋਂ ਅੱਗੇ ਤੱਕ ਇਹਨੂੰ ਰੱਖ ਸਕਦਾ ਹੈ। ਹੁਣ ਕੋਈ ਵੀ ਟ੍ਰਾਂਜੈਕਸ਼ਨ, ਕਮਿਟਮੈਂਟ, ਐਗਰੀਮੈਂਟ ਜਾਂ ਜੇ ਕੋਈ ਪ੍ਰਪੋਜ਼ਡ ਟ੍ਰਾਂਜੈਕਸ਼ਨ ਵੀ ਇਹਨਾਂ ਤਿੰਨਾਂ ਨੇ ਕੀਤੀ ਹੋਵੇ ਤਾਂ ਵੀ ਉਹ ਬੋਰਡ ਦੇ ਥਰੂ ਜਾਏਗੀ। ਜੇ ਬੋਰਡ ਉਹ ਚਾਹੇਗਾ ਉਹ ਤਾਂ ਹੀ ਅੱਗੇ ਜਾਏਗੀ। ਜੇ ਕੋਈ ਤੁਸੀਂ ਕਰ ਰਹੇ ਹੋ ਅੱਜ ਤੋਂ ਬਾਅਦ, ਮਈ 18 ਤੋਂ ਬਾਅਦ, ਤਾਂ ਉਹ ਵੀ ਕੈਂਸਲ ਕੀਤੀ ਜਾ ਸਕਦੀ ਹੈ। ਬੋਰਡ ਦੇ ਕਹਿਣ ਤੇ ਤੁਹਾਨੂੰ ਇਹ ਕੈਂਸਲ ਕਰਨੀ ਪਵੇਗੀ, ਨਹੀਂ ਤਾਂ ਇਟ ਵਿਲ ਬੀ ਐਨ ਆਫੈਂਸ ਜੇ ਤੁਸੀਂ ਟ੍ਰਾਂਜੀਸ਼ਨ ਬੋਰਡ ਦੀ ਗੱਲ ਨਹੀਂ ਮੰਨਦੇ। ਇੱਕ ਹੋਰ ਗੱਲ ਇਹ ਹੈ ਕਿ ਪਬਲਿਕ ਇੰਟਰਸਟ ਨੂੰ ਕੰਸੀਡਰ ਕਰਨਾ ਪਏਗਾ। ਹੁਣ ਤੋਂ ਬਾਅਦ 18 ਮਈ ਤੋਂ ਬਾਅਦ ਤੇ 1 ਜਨਵਰੀ 2025 ਤੱਕ ਜੋ ਵੀ ਫੈਸਲੇ ਲਿੱਤੇ ਜਾਣ ਉਹ ਪਬਲਿਕ ਇੰਟਰਸਟ ਹੋਣ। ਤੇ ਇੱਕ ਲਾਈਨ ਇਹਦੇ 'ਚ ਇਹ ਕਹਿੰਦੀ ਹੈ ਕਿ ਯੂ ਹੈਵ ਟੂ ਐਕਟ ਇਨ ਅ ਮੈਨਰ that does not unreasonably impact another municipality। ਸੋ ਜੇ ਇਹਨਾਂ ਤਿੰਨਾਂ 'ਚੋਂ ਕੋਈ ਆਪਣੇ ਫਾਇਦੇ ਲਈ ਇਸ ਤੋਂ ਬਾਅਦ ਕੋਈ ਡਿਸੀਜਨ ਲੈਣਾ ਚਾਹੇਗਾ ਉਹ ਨਹੀਂ ਲੈ ਪਾਏਗਾ, ਕਿਉਂਕਿ ਜੇ ਦੂਸਰੇ ਤੇ ਇੰਪੈਕਟ ਆ ਰਿਹਾ ਤਾਂ ਟ੍ਰਾਂਜੀਸ਼ਨ ਬੋਰਡ ਉਹਨੂੰ ਰੋਕ ਸਕਦੀ ਹੈ, ਉਹਦੇ ਤੇ ਰੋਕ ਲਾ ਸਕਦੀ ਹੈ। ਤੇ ਜੇ ਫੇਲੀਅਰ ਹੋਵੇ ਟੂ ਕੰਪਲਾਈ ਵਿਦ ਐਨੀ ਆਫ ਦ ਡਾਇਰੈਕਸ਼ਨ, ਜੇ ਤੁਸੀਂ ਬੋਰਡ ਦੀ ਗੱਲ ਨਹੀਂ ਮੰਨਦੇ ਹੋ ਜਾਂ ਉਹ ਕੰਮ ਪੂਰਾ ਨਹੀਂ ਕਰਦੇ ਹੋ ਜੋ ਇਸ ਟ੍ਰਾਂਜੀਸ਼ਨ ਬੋਰਡ ਨੇ ਤੁਹਾਨੂੰ ਕਿਹਾ ਹੈ, ਤਾਂ ਉਹ ਮਿਨਿਸਟਰ ਨੂੰ ਦੱਸ ਸਕਦਾ ਹੈ ਤੇ ਫਿਰ ਮਿਨਿਸਟਰ ਤੁਹਾਡੇ ਉਸ ਡਿਸੀਜਨ ਨੂੰ ਟਰਮੀਨੇਟ ਕਰ ਸਕਦਾ। ਚਾਹੇ ਕੋਈ ਕਮਿਟਮੈਂਟ ਹੋਵੇ, ਪਹਿਲਾਂ ਦੀ ਹੋਈ ਐਗਰੀਮੈਂਟ ਹੋਵੇ, ਕੋਈ ਵੀ ਟ੍ਰਾਂਜੈਕਸ਼ਨ ਹੋਵੇ ਜਿਹੜੀ 18 ਮਈ ਤੱਕ ਪੂਰੀ ਨਹੀਂ ਹੋਈ ਹੈ ਤੇ ਇਸ ਤੋਂ ਬਾਅਦ, ਅੱਜ ਤੋਂ ਬਾਅਦ ਤੁਸੀਂ ਕਰਨਾ ਚਾਹੋਗੇ। ਇਹ ਤਿੰਨੋਂ ਸਿਟੀਜ਼ ਤੇ ਟਾਊਨਸ ਲਈ ਹੈ। ਫਿਰ ਜੀ ਇੱਕ ਹੋਰ ਇੰਪੋਰਟੈਂਟ ਗੱਲ ਇਹ ਹੈ ਕਿ ਕੋਈ ਕੰਪਨਸੇਸ਼ਨ ਨਹੀਂ ਹੈ। ਸੋ ਜੇ ਇਸ ਐਕਟ ਵਿੱਚ ਨਹੀਂ ਲਿਖਿਆ ਜਾਂਦਾ ਸਪੈਸੀਫਿਕਲੀ ਤਾਂ ਕਿਸੇ ਵੀ ਪਰਸਨ ਨੂੰ ਕੋਈ ਵੀ ਕੰਪਨਸੇਸ਼ਨ ਇਸ ਐਕਟ ਦੇ ਤਹਿਤ ਨਹੀਂ ਮਿਲੇਗੀ। ਇਹੋ ਜਿਹਾ ਕੋਈ ਫੈਸਲਾ ਨਹੀਂ ਲਿਆ ਜਾ ਸਕਦਾ ਕਿ ਕੋਈ ਵੀ ਪੈਸਾ ਇੱਧਰ ਉੱਧਰ ਕੀਤਾ ਜਾਏਗਾ। ਇਹਦਾ ਇਸ਼ਾਰਾ ਉਸ ਵੱਲ ਵੀ ਹੈ, ਜੇ ਇੱਕ ਸਿਟੀ ਦੂਜੇ ਨੂੰ ਕਹਿੰਦੀ ਹੈ ਕਿ ਹੁਣ ਪੀਲ ਦੇ ਖਤਮ ਹੋਣ ਤੋਂ ਬਾਅਦ ਤੁਸੀਂ ਸਾਨੂੰ ਇੰਨੇ ਪੈਸੇ ਉਹ ਕਰਦੇ ਹੋ, ਤਾਂ ਇਹੋ ਜਿਹਾ ਕੋਈ ਵੀ ਸਟੈਪ ਇਹ ਐਕਟ ਅਲਾਉ ਨਹੀਂ ਕਰ ਰਹੀ। ਇਹਦੇ ਮੈਂ ਤੁਹਾਨੂੰ ਇੰਪਲੀਕੇਸ਼ਨਸ ਵੀ ਜ਼ਰੂਰ ਦੱਸੂਗਾ ਕਿ ਕਿਉਂ ਕੀਤਾ ਜਾ ਰਿਹਾ ਤੇ ਇਹਦਾ ਮਤਲਬ ਕੀ ਨਿਕਲਦਾ ਹੈ। ਬਸ ਇਹਨੂੰ ਆਪਾਂ ਖਤਮ ਕਰ ਦਈਏ। ਇੱਕ ਗੱਲ ਇਹ ਦੱਸ ਦੇਵਾਂ ਕਿ ਇਹ ਹੇਜ਼ਲ ਮੈਕਕੈਲੀਅਨ ਐਕਟ ਦੇ ਨਾਮ ਨਾਲ ਸਾਹਮਣੇ ਲਿਆਂਦਾ ਗਿਆ, ਕਿਉਂਕਿ ਉਹਨਾਂ ਨੇ ਹੀ ਸਭ ਤੋਂ ਪਹਿਲਾਂ ਇਹ ਮੁੱਦਾ ਉਠਾਇਆ ਸੀਗਾ ਕਿ ਮਿਸੀਸਾਗਾ ਨੀਡਸ ਟੂ ਬੀ ਇੰਡੀਪੈਂਡੈਂਟ। ਹੁਣ ਬਰੈਂਪਟਨ ਤੇ ਕੈਲੇਡਨ ਆਪਣੇ ਪੈਰਾਂ ਤੇ ਆਪਣੇ ਆਪ ਖੜੇ ਹੋ ਸਕਦੇ ਆ, ਪਰ ਮਿਸੀਸਾਗਾ ਦੇ ਹਿੱਤ ਦੀ ਗੱਲ ਸੀ ਕਿ ਇਹ ਹੋਣਾ ਚਾਹੀਦਾ। ਸੋ ਉਹਨਾਂ ਦੇ ਨਾਮ ਤੇ ਹੀ ਇਸ ਐਕਟ ਨੂੰ ਰੱਖਿਆ ਗਿਆ ਹੈ। 2-3 ਖਾਸ ਗੱਲਾਂ ਨੇ।
ਪੈਟਰਿਕ ਬਰਾਊਨ ਬਰੈਂਪਟਨ ਦੇ ਮੇਅਰ ਇਹ ਕਹਿ ਰਹੇ ਸੀਗੇ ਕਿ ਮਿਸੀਸਾਗਾ ਨੂੰ ਸਾਨੂੰ 1 ਬਿਲੀਅਨ ਤੋਂ 2 ਬਿਲੀਅਨ ਡਾਲਰ ਦੇ ਵਿੱਚ ਦੇਣਾ ਚਾਹੀਦਾ ਹੈ, ਕਿਉਂਕਿ ਜਿੰਨੇ ਵੀ ਪੀਲ ਪੁਲਿਸ ਦੇ ਫੋਰ ਐਗਜ਼ਾਮਪਲ ਹੈੱਡਕੁਆਟਰ ਨੇ, ਵੇਸਟ ਕਲੈਕਸ਼ਨ ਦੇ ਆ ਜੋ ਵੀ ਸਾਂਝੀਆਂ ਸਰਵਿਸਿਜ਼ ਜਿਨ੍ਹਾਂ ਦੇ ਹੈੱਡਕੁਆਟਰ ਪੀਲ ਦੇ ਸਾਰੇ ਸੀਗੇ ਮਿਸੀਸਾਗਾ ਦੇ ਵਿੱਚ, ਉਹ ਬਰੈਂਪਟਨ ਨੂੰ ਹੁਣ ਆਪਣੇ ਬਣਾਉਣੇ ਪੈਣਗੇ। ਸੋ ਉਹਨਾਂ ਦੀ ਜਿਹੜੀ ਕੰਸਟਰਕਸ਼ਨ ਦੀ ਕਾਸਟ ਹੈ ਉਹ ਮਿਸੀਸਾਗਾ ਨੂੰ ਬਰੈਂਪਟਨ ਨੂੰ ਦੇਣੀ ਚਾਹੀਦੀ ਹੈ। ਆਬਵੀਅਸਲੀ ਦੋਨੋਂ ਮੇਅਰ ਚੋਂ ਕੋਈ ਵੀ ਇਹ ਨਹੀਂ ਮੰਨ ਰਿਹਾ, ਪਰ ਇਹ ਐਕਟ ਜੋ ਕਹਿੰਦੀ ਹੈ ਉਹ ਇਹ ਹੈ ਕਿ ਕੋਈ ਵੀ ਕੰਪਨਸੇਸ਼ਨ ਲਈ ਕੋਈ ਵੀ ਲਾਇਬਲ ਨਹੀਂ ਹੈ। ਇੰਪੋਰਟੈਂਟ ਗੱਲ ਇਹ, ਓਨਟਾਰੀਓ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਸਿਰਫ ਇੱਕ ਬਿੱਲ ਆਇਆ, ਇਹਦੀਆਂ ਕੁਝ ਰੀਡਿੰਗਸ ਹੋਣਗੀਆਂ, ਰਾਇਲ ਅਸੈਂਟ ਹੈ, ਇਹ ਅਜੇ ਐਕਟ ਬਣਦੀ ਹੈ, ਲਾਅ ਬਣਦਾ ਹੈ ਕਿ ਨਹੀਂ ਇਹ ਜ਼ਰੂਰ ਦੇਖਣਾ ਪਵੇਗਾ। ਪਰ ਪੀਲ ਦੇ ਬਟਵਾਰੇ ਦੀ ਗੱਲ ਸ਼ੁਰੂ ਹੋ ਗਈ ਹੈ, ਬਹੁਤ ਚਿਰ ਤੋਂ ਇਹ ਗੱਲ ਚੱਲ ਰਹੀ ਸੀਗੀ। ਦੋਵੇਂ ਬਰੈਂਪਟਨ ਤੇ ਮਿਸੀਸਾਗਾ ਦੇ ਜਿਹੜੇ ਮੇਅਰਸ ਹੈ ਆਪਣੀ ਆਪਣੀ ਸਟੇਟਮੈਂਟਸ ਅੱਜ ਵੀ ਦੇ ਰਹੇ ਨੇ, ਦੋਨੋਂ ਪੈਸੇ ਮੰਗ ਰਹੇ ਨੇ, ਇਹ ਕਹਿ ਰਹੇ ਇਸ ਤਰ੍ਹਾਂ ਹੋਣਾ ਚਾਹੀਦਾ, ਇੱਕ ਕਹਿ ਰਿਹਾ ਕੀ ਹੋਣਾ ਚਾਹੀਦਾ। ਸੋ ਇਹ ਜਿਹੜੀਆਂ ਇਹਦੇ 'ਚ ਪ੍ਰੋਵੀਜ਼ਨਸ ਨੇ ਇਹ ਕਿਸ ਤਰ੍ਹਾਂ ਟ੍ਰਾਂਜੀਸ਼ਨ ਹੋਣੀ ਹੈ, ਜਿਹੜਾ ਬੋਰਡ ਹੋਏਗਾ ਇਹ ਬਹੁਤ ਇੰਪੋਰਟੈਂਟ ਗੱਲਾਂ ਤੈਅ ਕਰਨ ਵਾਲਾ। ਇੰਪੋਰਟੈਂਟ ਗੱਲ ਇਹ ਵੀ ਹੈ ਕਿ ਬੜੀ ਕਲੈਵਰਲੀ ਇਸ ਬਿੱਲ ਨੂੰ ਲਿਖਿਆ ਗਿਆ ਹੈ, ਕਿਉਂਕਿ ਓਨਟਾਰੀਓ ਦੀ ਜਿਹੜੀ ਪ੍ਰੈਜ਼ੈਂਟ ਸਰਕਾਰ ਹੈ, ਓਬਵੀਅਸਲੀ ਡਗ ਫੋਰਡ ਤੇ ਸਟੀਵਨ ਕਲਾਰਕ ਜਿਨ੍ਹਾਂ ਨੇ ਬਣਾਇਆ ਹੋਏਗਾ, ਜਿਨ੍ਹਾਂ ਦਾ ਸਭ ਤੋਂ ਵੱਡਾ ਰੋਲ ਹੈ, ਉਹਨਾਂ ਨੇ ਪਾਵਰਸ ਆਪਣੇ ਹੱਥ ਵਿੱਚ ਰੱਖੀਆਂ। ਬੋਰਡ ਨੂੰ ਉਹ ਅਪਾਇੰਟ ਕਰਨਗੀਆਂ, ਬੋਰਡ ਕੀ ਕੁਝ ਕਰਦਾ ਉਹਨਾਂ ਦੀ ਦੇਖ ਰੇਖ 'ਚ ਹੋਏਗਾ। ਜੇ ਕੋਈ ਕਨਫਲਿਕਟ ਆਉਂਦਾ ਪਹਿਲਾਂ ਮਿਨਿਸਟਰ ਕੋਲ ਜਾਏਗਾ, ਫਿਰ ਓਬਵੀਅਸਲੀ ਕੋਰਟ ਵਿੱਚ ਤਾਂ ਤੁਸੀਂ ਅਪਰੋਚ ਕਰ ਹੀ ਸਕਦੇ ਹੋ। ਸੋ ਬੜੀ ਕਲੈਵਰਲੀ ਸਾਰਾ ਕੁਝ ਆਪਣੇ ਹੱਥ ਵਿੱਚ ਰੱਖ ਕੇ ਮੰਤਰੀ ਨੇ ਬਿੱਲ ਪੇਸ਼ ਕੀਤਾ ਹੈ। ਪਾਸ ਹੁੰਦਾ ਹੈ ਕਿ ਨਹੀਂ, ਪੀਲ ਦਾ ਅੱਗੇ ਕੀ ਹੁੰਦਾ ਹੈ, ਪਾਵਰ ਤੇ ਫਾਈਨੈਂਸ਼ੀਅਲ ਡਿਸਟ੍ਰੀਬਿਊਸ਼ਨ ਕਿਵੇਂ ਹੁੰਦੀ ਹੈ, ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗ ਜਾਏਗਾ। ਸਤਿ ਸ਼੍ਰੀ ਅਕਾਲ।